ਅਸੀਂ ਲਾਸਟ ਟਾਈਮ ਜਦੋਂ ਉਸਨੇ ਬੀਚ ਆਏ ਸੀਗੇ ਤਾਂ ਪਹਿਲਾਂ ਖੁੱਲ੍ਹਾ ਮੈਦਾਨ ਹੁੰਦਾ ਸੀਗਾ, ਲੱਗਦਾ ਮੀਂਹ ਪੈਣ ਦੇ ਕਾਰਨ ਨਾ ਪੂਰਾ ਪਾਣੀ ਭਰ ਗਿਆ। ਸਾਨੂੰ ਜਾਣਾ ਉਸ ਪਹਾੜੀ ਵੱਲ ਟਰਾਈ ਕਰਦੇ ਹਾਂ, ਕਿੱਥੋਂ ਜਾਈਏ, ਘੁੰਮ ਕੇ ਜਾਣਾ ਪੈਣਾ। It's my life, it's now or never, but I ain't gonna live forever. I just want to live, I live alive. It's my life, my heart is like an open highway. Like Frankie said, I did it my way. I just want to live, I live alive. It's my life, it's now or never, but I ain't gonna live forever. I just want to live, I live alive. It's my life, my heart is like an open highway. Like Frankie said, I did. ਸਤਿ ਸ਼੍ਰੀ ਅਕਾਲ ਜੀ, ਮੈਂ ਹੈਦਰਾਬਾਦੀ ਸਿੰਘ ਦ ਸਿੰਘ ਆਫ ਦਾ ਸਾਊਥ। ਤਾਂ ਅੱਜ ਦੇ ਵੀਡੀਓ 'ਚ ਜਿਹੜੇ ਟੌਪਿਕ ਅਸੀਂ ਅੱਜ ਕਵਰ ਕਰ ਰਹੇ ਹਾਂ ਉਹ ਬੇਸਿਕਲੀ ਮੈਂ ਇੱਕ ਸੋਚਿਆ ਸੀ ਆਫ-ਰੋਡ ਕੰਟੈਂਟ ਪਾਉਂਗਾ ਆਪਣਾ RX 100 ਲੈ ਕੇ, ਪਰ ਉਹ ਆਫ-ਰੋਡ ਕੰਟੈਂਟ ਕਿੱਦਾਂ ਇੱਕ ਹੌਰਰ ਕੰਟੈਂਟ ਬਣ ਗਿਆ ਮੇਰੇ ਲਈ, ਉਹ ਮੇਰੀ ਗੱਡੀ ਲਈ ਹੈ, ਉਹ ਮੈਂ ਤੁਹਾਨੂੰ ਦਿਖਾਉਣਾ ਚਾਹੁੰਦਾ ਜੀ। ਹੋਰ ਦੂਜੀ ਚੀਜ਼ ਅਸੀਂ ਇਸ ਵੀਡੀਓ 'ਚ ਆ ਵੀ ਕਵਰ ਕਰਾਂਗੇ ਕਿ ਜਦ ਤੁਸੀਂ ਇੱਕ ਨਵੀਂ ਲੋਕੇਸ਼ਨ ਜਾਂ ਤੁਸੀਂ ਕੋਈ ਇੱਕ ਇੱਦਾਂ ਦੀ ਅਨਨੋਨ ਲੋਕੇਸ਼ਨ ਸੋਚਦੇ ਕਿ ਅਸੀਂ ਆਪਣੀ ਆਫ-ਰੋਡ ਬਾਈਕ 'ਚ ਕਵਰ ਕਰਾਂਗੇ ਜਾ ਕੇ, ਤਾਂ ਉਦੋਂ ਤੁਹਾਨੂੰ ਕੀ ਚੈਲੰਜ ਔਰ ਕੀ ਪ੍ਰੋਬਲਮ ਫੇਸ ਹੋ ਸਕਦੀਆਂ ਹੈ, ਆ ਸਭ ਵੀ ਮੈਂ ਇਸ ਵੀਡੀਓ 'ਚ ਦਿਖਾਊਂਗਾ। ਹੋਰ ਮੇਰੇ ਨਾਲ ਕੀ ਪੰਗੇ ਹੋਏ, ਮੇਰੀ ਗੱਡੀ 'ਚ ਕੀ ਡੈਮੇਜ ਹੋਈਆਂ, ਆ ਸਭ ਵੀ ਮੈਂ ਤੁਹਾਨੂੰ ਇਸ ਵੀਡੀਓ 'ਚ ਦਿਖਾਊਂਗਾ। ਇਸ ਲੋਕੇਸ਼ਨ ਜਾਣ ਵਾਸਤੇ ਮੈਨੂੰ ਕਮ ਸੇ ਕਮ 4 ਵਾਰ ਮੈਂ ਅਟੈਂਪਟ ਕੀਤਾ, ਪਰ 4 ਵਾਰ ਮੈਨੂੰ ਕੀ ਪੁਆੜੇ ਪਏ ਮੇਰੇ ਅਟੈਂਪਟਸ 'ਤੇ। ਤੁਸੀਂ ਇਹ ਵੀਡੀਓ ਦੇਖਿਓ, ਥੋੜੀ ਜਿਹੀ ਵੀਡੀਓ ਲੰਬੀ ਹੈ ਕਿਉਂਕਿ ਸਾਰੇ 4 ਅਟੈਂਪਟ ਮੈਂ ਪਾਏ ਇਸ ਪੂਰੇ ਵੀਡੀਓ 'ਚ, ਤਾਂ ਪੂਰੀ ਆਖਿਰ ਤੱਕ ਦੇਖਿਓ। ਆਈ ਹੋਪ ਤੁਹਾਨੂੰ ਬਹੁਤ ਮਜ਼ਾ ਆਊਗਾ। ਔਰ ਥਰੂ ਆਊਟ ਦ ਵੀਡੀਓ ਅਸੀਂ ਇਹ ਡਿਸਕਸ਼ਨ ਕਰਦੇ ਰਹਾਂਗੇ ਕਿ ਕੀ ਚੀਜ਼ਾਂ ਅਸੀਂ ਅਵੋਇਡ ਕਰ ਸਕਦੇ ਸੀਗੇ। ਪਲੀਜ਼ ਵੀਡੀਓ ਪੂਰੀ ਐਂਡ ਤੱਕ ਦੇਖਿਓ। ਅਸੀਂ ਲਾਸਟ ਟਾਈਮ ਜਦੋਂ ਉਸਨੇ ਬੀਚ ਆਏ ਸੀਗੇ ਤਾਂ ਪਹਿਲਾਂ ਖੁੱਲ੍ਹਾ ਮੈਦਾਨ ਹੁੰਦਾ ਸੀਗਾ, ਲੱਗਦਾ ਮੀਂਹ ਪੈਣ ਦੇ ਕਾਰਨ ਨਾ ਪੂਰਾ ਪਾਣੀ ਭਰ ਗਿਆ। ਸਾਨੂੰ ਜਾਣਾ ਉਸ ਪਹਾੜੀ ਵੱਲ ਟਰਾਈ ਕਰਦੇ ਹਾਂ, ਕਿੱਥੋਂ ਜਾਈਏ, ਘੁੰਮ ਕੇ ਜਾਣਾ ਪੈਣਾ। ਕਿੱਥੋਂ ਵੜੀਏ, ਇੱਥੇ ਵੜ ਕੇ ਦੇਖੀਏ। ਪੂਰਾ ਜੰਗਲੀ ਜਿਹਾ ਏਰੀਆ ਹੋ ਗਿਆ। ਪੂਰਾ ਘੁੰਮ ਕੇ ਜਾਣਾ। ਹੁਣ ਤੁਸੀਂ ਦੇਖਿਆ ਹੋਣਾ ਕਿ ਜਿੱਦੀ ਮੈਂ ਅੱਗੇ ਵਧਿਆ ਬਾਈਕ ਲੈ ਕੇ, ਅੱਗੇ ਜਾ ਕੇ ਪੂਰਾ ਇੱਕਦਮ ਪੂਰਾ ਗਾਰਾ ਵਾਲਾ ਪੂਰਾ ਏਰੀਆ ਆ ਗਿਆ,
ਪੂਰੇ ਤੁਹਾਡੇ ਝਾੜੀਆਂ ਸੀਗੀਆਂ, ਅੱਗੇ ਜਾਣ ਦਾ ਰਾਹ ਹੀ ਨਹੀਂ ਸੀਗਾ। ਕੀ ਹੋਇਆ ਕਿ ਇਸੀ ਜਗ੍ਹਾ 'ਚ ਮੈਂ 2 ਸਾਲ ਪਹਿਲੇ ਆਪਣੇ ਕਲੱਬ ਨਾਲ ਆਇਆ ਸੀਗਾ, ਤਾਂ ਉਦੋਂ ਆ ਪੂਰਾ ਖੁੱਲਾ ਮੈਦਾਨ ਹੁੰਦਾ ਸੀਗਾ, ਤਾਂ ਬਾਈਕ ਲੈ ਕੇ ਅਸੀਂ ਸਿੱਧਾ ਮੈਦਾਨ ਕ੍ਰਾਸ ਕਰਕੇ ਪਹਾੜ 'ਤੇ ਸਿੱਧਾ ਚੜ ਗਏ ਸੀਗੇ ਬਾਈਕ ਲੈ ਕੇ। ਹੁਣ ਇਸ ਵਾਰ ਆਇਆ ਤਾਂ ਹੁਣ ਦੇਖੇ ਕਿ ਉੱਥੇ ਉਸ ਜਗ੍ਹਾ ਦੀ ਜ਼ਮੀਨ ਬੈਠ ਗਈ, ਕਿੰਨੇ ਨੇ ਉਹਨਾਂ ਨੇ ਆਪਣਾ ਬੈਰੀਕੇਡ ਜਿਹਾ ਪਾ ਲਿਆ, ਕਿਤੇ ਕਿਤੇ ਉਹ ਮੀਂਹ ਪੈਣ ਦੇ ਕਾਰਨ ਪਾਣੀ ਜਮਾ ਹੋ ਗਿਆ, ਨਹਿਰ ਬਣ ਗਈ ਉੱਥੇ। ਤਾਂ ਫਿਰ ਮੈਨੂੰ ਫਿਰ ਦੂਜੀ ਜਗ੍ਹਾ ਜਾਣਾ ਪਿਆ, ਫਿਰ ਮੈਂ ਬਾਈਕ ਵਾਪਸ ਮੋੜੀ, ਹੋਰ ਮੈਨੂੰ ਇੱਕ ਹੋਰ ਰੂਟ ਮਿਲਿਆ। ਹੁਣ ਇੱਥੇ ਕੀ ਹੋਇਆ, ਇਸ ਰੂਟ ਦੇ ਐਂਡ 'ਚ ਜਦੋਂ ਮੈਂ ਗਿਆ ਜਾ ਕੇ, ਤਾਂ ਇੱਥੇ ਜਾ ਕੇ ਇੱਕ ਟੀਲਾ ਜਿਹਾ ਸੀਗਾ, ਉਹਦੇ ਉੱਪਰੋਂ ਜਿੱਦਾਂ ਮੈਂ ਬਾਈਕ ਜੰਪ ਮਾਰੀ, ਮੇਰੇ ਜਿਹੜਾ ਐਗਜ਼ੌਸਟ ਪਾਈਪ ਸੀਗਾ ਉਹਦਾ ਗੈਸਕੇਟ ਹੁੰਦਾ ਇੱਕ, ਉਹ ਪੂਰਾ ਹਿੱਲ ਗਿਆ ਔਰ ਗੈਸਕੇਟ ਕੱਟ ਗਈ। ਤਾਂ ਉਸ ਦਿਨ ਤੋਂ ਉਹ 'ਚੋਂ ਲੀਕੇਜ ਹੋਣਾ ਸਟਾਰਟ ਹੋ ਗਈ। ਹੋਰ ਨਾਲੇ ਮੈਂ ਪੂਰੀ ਰੀਸ ਵੀ ਦੇਤੀ, ਜਿਹਦੇ ਕਾਰਨ ਮੇਰੇ ਕੀ ਕਹਿੰਦੇ ਆ ਕਲਚ ਪਲੇਟ ਵੀ ਫਰਾਈ ਹੋ ਗਏ। ਹੁਣ ਦੇਖੋ ਇਹ ਸਡਨ 'ਚ ਕਿੱਦਾਂ ਹੁੰਦਾ। नंबर रूट दिखा है वो ट्राई कर देती। इस्लामपुर वाले बोर्ड को सीधा शार्प लेफ्ट लेना है, कच्चा रास्ता है, इसको से बढ़ के देखते हैं।
ਤੀਜੇ ਅਟੈਂਪਟ 'ਚ ਕੀ ਹੋਇਆ, ਮੈਂ ਆਲਮੋਸਟ ਉਹ ਜਗ੍ਹਾ 'ਚ ਪਹੁੰਚ ਗਿਆ ਸੀ, ਪਰ ਜਿੱਦੀ ਥੋੜਾ ਅੱਗੇ ਵੱਧਦਾ ਪੂਰਾ ਗਾਰਾ ਸੀਗਾ, ਤੇ ਉੱਥੇ ਬਾਈਕ ਮੇਰੀ ਅੱਗੇ ਜਾ ਕੇ ਫਸ ਹੀ ਗਈ। ਮੈਨੂੰ ਉਤਰਨਾ ਪਿਆ, ਬਾਈਕ ਖਿੱਚਣੀ ਪਈ ਪਿੱਛੇ। ਖਿੱਚਦੇ ਕੀ ਹੋਇਆ, ਮੈਂ ਫੁੱਲ ਫੇਸ ਹੈਲਮਟ ਪਾਇਆ ਹੋਇਆ ਸੀਗਾ, ਇਹਦੇ ਕਾਰਨ ਕੀ ਹੋਇਆ, ਮੈਨੂੰ ਸਾਹ ਲੈਣ 'ਚ ਬਹੁਤ ਦਿੱਕਤ ਹੋ ਰਹੀ ਸੀਗੀ। तो साह नहीं आ रहा है, वो बाइक खिंच रहा है, वो बॉडी की पूरी एनर्जी वेस्ट हो रही है। उनने च मतलब की कहते मैंने साह की इन्नी प्रॉब्लम चालू हुई कि ऑलमोस्ट मेरे हाथ तो बाइक स्लिप होके गिर गई। तो तुम देखो जब कोई देखो ना किन्ने सारे लद्दाख वीडियो च उन्होंने हाथों बाइक गिर जाती है, तो असं पहले सोचते थे कि जानबूझ के अपनी बाइक सटते हैं कि नहीं, बट इदा नहीं है कि वो इन्नी हाइट च उन्होंने इन्ना गेयर पाया प्लस फुल प्लेस हेलमेट, जिससे साह लेने च होर दिक्कत होना स्टार्ट हो गई, जिसके कारण वो बाइक आफ्टर ऑल गिरी जाती है। तो वही चीज़ मैं फेस की। तो इस मेरी बाइक की टेल लाइट टुट गई, ठीक है, गैसकेट तो लीक हो ही रहा सीगा, क्लच प्लेट भी फ्राई हो गए सीगे। देखो
ਆ ਜਿਹੜਾ ਤੁਸੀਂ ਫਾਈਨਲ ਰਿਟਰਨ ਦੇਖੋਗੇ ਨਾ, ਆ ਕੀ ਹੋਇਆ ਕਿ ਉਸ ਦਿਨ ਜਦੋਂ ਮੇਰੀ ਇੰਡੀਕੇਟਰ ਟੁੱਟ ਗਈ ਤਾਂ ਉਸ ਦਿਨ ਮੈਂ ਵਾਪਸ ਆ ਗਿਆ ਘਰ, ਕਿਉਂਕਿ ਫਿਰ ਮੇਰੀ ਮੀਟਿੰਗ ਵੀ ਸੀਗੀ ਦੁਪਹਿਰੇ ਤੇ ਮੇਰੇ ਕੋਲ ਟਾਈਮ ਨਹੀਂ ਸੀਗਾ। ਫਿਰ ਮੈਂ ਫਿਰ ਚਲੋ ਅਗਲੇ ਦਿਨ ਟਰਾਈ ਕਰਦੇ ਉੱਥੇ ਆ ਕੇ, ਤੇ ਘਰ ਆ ਕੇ ਫਿਰ ਮੈਂ ਜੀ ਮੈਪ 'ਚ ਪੂਰਾ ਏਰੀਆ ਦੇਖਿਆ। ਫਿਰ ਮੈਨੂੰ ਇੱਕ ਰਸਤਾ ਦਿਸਿਆ ਜੀ ਮੈਪ 'ਚ ਕਿ ਇੱਕ ਹੋਰ ਰੂਟ ਹੈਗਾ ਜਿਹਨਾਂ ਅਸੀਂ ਉਹ ਪਹਾੜੀ 'ਚ ਜਾ ਸਕਦੇ ਹਾਂ। ਤਾਂ ਅਗਲੇ ਦਿਨ ਮੈਂ ਉਹੀ ਰੂਟ ਫੋਲੋ ਕੀਤਾ। ਉਹ ਰੂਟ ਫੋਲੋ ਕਰਦੇ ਕਰਦੇ ਆਲਮੋਸਟ ਮੈਂ ਫਿਰ ਆ ਹੀ ਗਿਆ ਸੀਗਾ। ਪਰ ਕੀ ਹੋਇਆ ਕਿ ਅੱਗੇ ਜਾ ਕੇ ਨਾ ਮਤਲਬ ਇੱਕ ਇੰਨੀ ਪਤਲੀ ਜੀ ਕੱਚੀ ਜੀ ਪਗਡੰਡੀ ਵਾਂਗ ਰਾਹ ਆਈ ਕਿ ਦੋਨੋਂ ਸਾਈਡ ਖੇਤ ਸੀਗਾ, ਔਰ ਅੱਗੇ ਜਾ ਕੇ ਫਿਰ ਬਹੁਤ ਉੱਚਾ ਟੀਲਾ ਸੀ ਜਿਹਦੇ ਉੱਪਰ ਮੈਨੂੰ ਪਤਾ ਸੀ ਮੇਰੀ ਬਾਈਕ ਕ੍ਰਾਸ ਨਹੀਂ ਕਰ ਸਕਦੀ। ਤਾਂ ਦੋਨੋਂ ਸਾਈਡ ਖੇਤਾਂ ਦੇ ਫਸ ਗਿਆ ਮੈਂ, ਔਰ ਉਹ ਬਾਈਕ ਵਾਪਸ ਕੱਢਣ ਦੇ ਚੱਕਰ 'ਚ ਮੈਂ ਇੱਦਾਂ ਫਸਿਆ ਕਿ ਮੈਂ ਕੀ ਦੱਸਾਂ। ਤੁਸੀਂ ਇਹ ਵੀਡੀਓ ਦੇਖੋ, ਤੁਸੀਂ ਸਮਝ 'ਚ ਆਓਗੇ ਕਿ ਕੀ ਹੋਇਆ ਮੇਰਾ ਨੈਕਸਟ। ਉਸ ਤੋਂ ਬਾਅਦ ਐਂਡ 'ਚ ਤੁਹਾਨੂੰ ਕੰਕਲੂਜਨ ਦੱਸਦਾ। ਤਾਂ ਦੇਖ ਸਕਦੇ ਹੋ ਆਪਣਾ ਜਿਹੜਾ ਰਸਤਾ ਆ ਨਵਾਂ ਕੀ ਕਹਿੰਦੇ ਆ ਆਫਰੋਡਿੰਗ ਸਾਈਟ ਵੱਲ। ਤਾਂ ਇੱਥੇ ਕਿੱਦਾਂ ਆਉਣਾ ਹੈ ਕਿ ਉਹੀ CCD ਤੋਂ ਉਹੀ ਡਾਇਵਰਜਨ ਲੈ ਕੇ ਲਾਸਟ ਟਾਈਮ ਜਦੋਂ ਅਸੀਂ ਥੱਲੇ ਉਤਰੇ ਸੀ, ਥੱਲੇ ਨਹੀਂ ਉਤਰਨਾ, ਉੱਥੋਂ ਸਟ੍ਰੇਟ ਆ ਜਾਣਾ। ਤਾਂ ਤੁਹਾਨੂੰ ਸਰਵਿਸ ਰੋਡ ਆ, ਮੇਨ ਰੋਡ ਤੋਂ ਇੱਦਾਂ ਥੱਲੇ ਉਤਰ ਜਾਂਦੀ ਆ। ਉੱਥੇ ਤੁਹਾਨੂੰ ਬੋਰਡ ਵੀ ਦਿਸੂਗਾ, ਜੇ ਤੁਹਾਨੂੰ ਲੈਂਡਮਾਰਕ ਖੋਜਣਾ ਤਾਂ ਸਟੇਸ਼ਨ ਮਸਾਈ ਪੇਟ ਬੋਲ ਕੇ ਬੋਰਡ ਆ, ਉਹਦੇ ਥੱਲੇ ਜਿਹੜੀ ਆ ਰੋਡ ਜਾਂਦੀ ਆ, ਬਸ ਇੱਥੋਂ ਥੱਲੇ ਥੱਲੇ ਫੋਲੋ ਕਰਨਾ ਹੈ। ਚਲੋ ਫੋਲੋ ਕਰੋ ਮੈਨੂੰ, ਤੁਹਾਨੂੰ ਲੈ ਕੇ ਜਾਣਾ ਨਵੇਂ ਆਫਰੋਡਿੰਗ ਸਾਈਟ 'ਚ। इधर टनल जी आओगी, तो वो लेफ्ट लेके एकदम मुड़ना है। लेफ्ट लेके मुड़ के इदा सीधी रोड है पूरी, तो इतों बिचों ना एक कच्चा रोड आऊगा, उसको फिर लेफ्ट कटना है, कच्चे रोड तो लेफ्ट कटना है। ਤਾਂ ਇੱਦਾਂ ਰਾਈਟ ਸਾਈਡ 'ਤੇ ਤਾਂ ਘਰ ਦਿਸੂਗਾ ਤੁਹਾਨੂੰ, ਰਾਈਟ। ਔਰ ਆ ਖੇਤ ਆ, ਆਈ ਡੋਂਟ ਨੋ ਜਦੋਂ ਤੁਸੀਂ ਆਂਗੇ ਉਦੋਂ ਖੇਤ ਹੋਊਗਾ ਕਿ ਨਹੀਂ। ਤਾਂ ਕੌਰਨ ਫੀਲਡ ਆ, ਮੱਕੇ ਦਾ ਖੇਤ ਆ, ਉੱਥੇ ਦਾ ਲੈਫਟ ਕੱਟ ਕੇ ਅੰਦਰ ਵੜਨਾ। ਹੁਣ ਇੱਧਰ ਡਾਈਵਰਜਨ ਜੀ ਆਉਗੀ, ਤਾਂ ਲੈਫਟ ਸਾਈਡ ਨਹੀਂ ਜਾਣਾ ਹੈ, ਇੱਧਰ ਰੂਟ ਤੋਂ ਰਾਈਟ ਸਾਈਡ ਜਾਣਾ ਹੈ। अगेन एक और डाइवर्जन है, डाइवर्जन तो लेफ्ट साइड नहीं जाना है, राइट साइड जाना है। है ना, ये साइड साइड से होके वो पहाड़ पे जा सकते क्या? ऐसे साइड साइड से? अच्छा, नहीं जैसे मतलब कि वो जैसे बीच से एक है कच्चा, ऐसे करके एक बार ट्राई करता हूँ मैं। हाँ मैं आ जाऊंगा, रिटर्न आ जाऊंगा। एक्चुअली इतने बहुत सारे
एक हिसाब तो खेत वेत भी है, तो पीपल आर सॉर्ट ऑफ कंसर्न कि इससे उन्हें खेत में डैमेज ना करे, तो अच्छे से ख्याल रखियो। तो हम रास्ता दिखाना पर चलाऊंगा। इतने जे तुसी ऑफ रोडिंग करन आ रहे हो तो मेरा ही सलाह होगा, बहुत लाइट वेट ऑफ रोडिंग बाइक लेके आयो। हेवी जी बाइक लेके आओगे तो फिर कंट्रोल करना बहुत मुश्किल है। Oh, fuck.
पूरे वीडियो का कंक्लूजन आया कि ऑफ रोड और ऑन रोड दो बहुत अलग अलग ਸਿਚੁਏਸ਼ਨ ਨੇ, ਬਹੁਤ ਅਲੱਗ-ਅਲੱਗ ਸਿਨੈਰੀਓ ਨੇ। ਜੇ ਤੁਹਾਡੇ ਕੋਲ ਔਨ ਰੋਡ ਐਕਸਪੀਰੀਅੰਸ ਬਹੁਤ ਹੈ ਤਾਂ ਇਹਦਾ ਮਤਲਬ ਆ ਨਹੀਂ ਕਿ ਤੁਸੀਂ ਆਫ ਰੋਡ ਆਰਾਮ ਨਾਲ ਕੱਢ ਲਓਗੇ। ਜੇ ਤੁਸੀਂ ਔਨ ਰੋਡ ਹਾਈਵੇ 'ਚ ਬਹੁਤ ਸਾਰਾ ਟੂਰਿੰਗ ਕੀਤੇ ਤਾਂ ਇਹਦਾ ਮਤਲਬ ਆ ਨਹੀਂ ਕਿ ਤੁਸੀਂ ਆਫ ਰੋਡ ਵੀ ਆਰਾਮ ਨਾਲ ਬਾਈਕ ਕੱਢ ਲਵਾਂਗੇ। ਠੀਕ ਹੈ, ਤਾਂ ਆਫ ਰੋਡ ਜਦ ਤੁਸੀਂ ਜਾਂਦੇ ਹੋ ਸਭ ਤੋਂ ਪਹਿਲੇ ਆਪਣੇ ਨਾਲ ਪਾਣੀ ਦੀ ਵਿਵਸਥਾ ਬਹੁਤ ਚੰਗੀ ਤਰ੍ਹਾਂ ਕਰਕੇ ਰੱਖੋ। ਗਲੂਕੋਜ਼ ਵਾਲਾ ਪਾਣੀ ਹੋਵੇ ਜਾਂ ਨਾਰਮਲ ਵਾਲਾ ਪਾਣੀ ਹੋਵੇ, ਚੰਗੀ ਤਰ੍ਹਾਂ ਰੱਖੋ ਕਿਉਂਕਿ ਉੱਥੇ ਤੁਹਾਨੂੰ ਬਹੁਤ ਜ਼ਰੂਰਤ ਪੈਣੀ ਹੈ। ਕਿਉਂਕਿ ਆਫ ਰੋਡ ਟੁੱਟਾ ਫੁੱਟਾ ਰਸਤਾ ਹੈ, ਤੁਸੀਂ ਹੈਲਮਟ ਪਾਇਆ ਹੈ, ਤੁਹਾਨੂੰ ਸਾਹ ਘੱਟ ਆਉਣਾ, ਜਿੰਨਾ ਤੁਸੀਂ ਬਹੁਤ ਛੇਤੀ ਥਕੋਗੇ। ਇਸ ਲਈ ਪਾਣੀ ਹਮੇਸ਼ਾ ਆਪਣੇ ਆਪ ਕੋਲ ਜਿੰਨਾ ਜ਼ਿਆਦਾ ਹੋ ਸਕੇ ਉਨਾ ਰੱਖਿਓ, ਜੋ ਕਿ ਉਸ ਦਿਨ ਮੇਰੇ ਕੋਲ ਪਾਣੀ ਖਤਮ ਹੋ ਗਿਆ ਸੀਗਾ। ਦੂਜੀ ਚੀਜ਼ ਕੀ ਹੈ, ਜੇ ਤੁਹਾਨੂੰ ਲੱਗਦਾ ਕਿ ਇੱਕ ਪਾਰਟਿਕੂਲਰ ਹਰਡਲ ਤੋਂ ਤੁਹਾਡੀ ਬਾਈਕ ਪਾਰ ਨਹੀਂ ਹੋਗੀ ਤਾਂ ਬਾਈਕ ਨੂੰ ਬੰਦ ਕਰੋ, ਪੈਦਲ ਉਸ ਹਰਡਲ ਤੱਕ ਜਾਓ, ਦੇਖੋ ਕਿ ਕਿਹੜੇ ਰਾਹ ਤੋਂ ਤੁਸੀਂ ਬਾਈਕ ਕੱਢ ਸਕਦੇ ਹੋ। ਠੀਕ ਹੈ, ਜਾਂ ਫਿਰ ਤੁਹਾਡੀ ਬਾਈਕ ਦੀ ਕੈਪੈਸਿਟੀ ਹੈ ਕਿ ਨਿਕਲ ਸਕਦੀ ਕਿ ਨਹੀਂ, ਫੇਰ ਹੀ ਤੁਸੀਂ ਜਾਓ। ਜੇ ਨਹੀਂ ਹੁੰਦਾ ਤਾਂ ਕੋਈ ਗੱਲ ਨਹੀਂ, ਉੱਥੇ ਤੁਹਾਨੂੰ ਕੋਈ ਮੈਡਲ ਦੇਣ ਵਾਲਾ ਨਹੀਂ। ਠੀਕ ਹੈ, ਜੇ ਤੁਸੀਂ ਜੋਸ਼ 'ਚ ਜਾਓਗੇ ਤਾਂ ਮੇਰੇ ਮੰਗਰ ਹੀ ਫਸੋਗੇ। ਤੀਜੀ ਚੀਜ਼ ਆਇਆ, ਤੁਸੀਂ ਆਪਣੀ ਕੈਪੈਸਿਟੀ ਔਰ ਆਪਣੀ ਆਫ ਰੋਡਿੰਗ ਬਾਈਕ ਦੀ ਕੈਪੈਸਿਟੀ ਦੇਖੋ। ਅੱਜ ਕੱਲ੍ਹ ਬਹੁਤ ਭਾਰੀ ਆਫ ਰੋਡਿੰਗ ਬਾਈਕਸ ਵੀ ਆਉਂਦੀਆਂ, ਕਿੰਨੇ ਜਣੇ ਬਸ ਉਹ ਸੋਹਣੀ ਲੱਗਦੀ ਹੈ, ਬ੍ਰਾਂਡਡ ਹੈ, ਖਰੀਦ ਲੈਂਦੇ ਆ, ਬਟ ਆਪਣੀ ਕੈਪੈਸਿਟੀ ਔਰ ਆਪਣੀ ਬਾਈਕ ਦੀ ਕੈਪੈਸਿਟੀ ਚੈੱਕ ਨਹੀਂ ਕਰਦੇ। ਭਾਰੀ ਜੀ ਆਫ ਰੋਡ ਬਾਈਕ ਲੈ ਲੈਂਦੇ ਆ ਔਰ ਤੁਸੀਂ ਉਹ ਹੱਡਲ 'ਚ ਫਸ ਜਾਂਦੇ, ਬਾਅਦ 'ਚ ਤੁਸੀਂ ਉਹ ਬ੍ਰਾਂਡ ਨੂੰ ਗਾਣਾ ਕੱਢਦੇ। ਮੈਂ ਲੱਕੀਲੀ ਇਸ ਲਈ ਬਚ ਕੇ ਆ ਗਿਆ ਕਿਉਂਕਿ ਮੇਰੀ RX 100 ਬਹੁਤ ਹਲਕੀ ਹੈ ਔਰ ਇੱਦਾਂ ਦੇ ਸਿਚੁਏਸ਼ਨ ਵਾਸਤੇ ਬੈਸਟ ਹੈ। ਜੇ ਮੈਂ ਇਸ ਤੋਂ ਕੋਈ ਭਾਰੀ ਬਾਈਕ ਲੈ ਕੇ ਆਉਂਦਾ ਤਾਂ ਸ਼ਾਇਦ ਮੈਨੂੰ ਉਸ ਦਿਨ ਤਾਂ ਮਤਲਬ ਉਹਨੂੰ ਛੱਡ ਕੇ ਆਉਣਾ ਸੀਗਾ। ਠੀਕ ਹੈ, ਤਾਂ ਫਿਰ ਤੁਸੀਂ ਆਪਣੀ ਬਾਈਕ ਦੀ ਕੈਪੈਸਿਟੀ ਹਮੇਸ਼ਾ ਜੱਜ ਕਰਿਓ। ਚੌਥੀ ਚੀਜ਼ ਮੈਂ ਤੁਹਾਨੂੰ ਆਹੀ ਸਲਾਹ ਦਊਂਗਾ ਕਿ ਜਦ ਤੁਸੀਂ ਇੱਦਾਂ ਦੇ ਨਵੇਂ ਏਰੀਆ ਕੋਈ ਐਕਸਪਲੋਰ ਕਰਨ ਜਾ ਰਹੇ ਹੋ ਤਾਂ ਫਿਰ ਮੇਕ ਸ਼ੋਰ ਤੁਹਾਡੇ ਨਾਲ ਕੋਈ ਦੋਸਤ ਹੋਵੇ ਉੱਥੇ ਜੋ ਤੁਹਾਨੂੰ ਇੱਦਾਂ ਦੇ ਸਿਚੁਏਸ਼ਨ 'ਚ ਹੈਲਪ ਕਰ ਸਕੇ, ਜਾਂ ਫਿਰ ਤੁਹਾਡੀ ਬਾਈਕ 'ਚ ਇੰਨੀ ਅੱਛੀ ਤਰ੍ਹਾਂ ਹੱਥ ਸੈੱਟ ਹੋ ਜਾਵੇ ਕਿ ਤੁਸੀਂ ਆਰਾਮ ਨਾਲ ਕਿਤੋਂ ਵੀ ਉਹਨੂੰ ਕੱਢ ਸਕਿਓ। ਤਾਂ ਆਹੀ ਸਭ ਮੇਰਾ ਕੰਕਲੂਜਨ ਹੈ ਵੀਡੀਓ ਲੈ ਕੇ। ਉਸ ਦਿਨ ਕੀ ਹੋਇਆ, ਬਾਈਕ ਤਾਂ ਮੇਰੀ ਉੱਥੇ ਫਸ ਗਈ, ਤੁਸੀਂ ਦੇਖੀ ਵੀਡੀਓ 'ਚ ਬਾਈਕ ਮੈਨੂੰ ਛੱਡਣਾ ਪਿਆ। ਤਾਂ ਛੱਡ ਕੇ ਜਦ ਮੈਂ ਥੋੜਾ ਦੇਰ ਅੱਗੇ ਪੈਦਲ ਗਿਆ ਤਾਂ ਉੱਥੇ ਇੱਕ ਫਾਰਮਰ, ਇੱਕ ਕਿਸਾਨ ਸੀਗੇ, ਉਹ ਮੈਨੂੰ ਮਿਲ ਗਏ। ਤਾਂ ਉਹਨਾਂ ਦੇ ਨਾਲ ਅਸੀਂ ਦੋਨੋਂ ਉਤਰੇ ਗਾਰੇ 'ਚ, ਅਸੀਂ ਦੋਨਾਂ ਨੇ ਫਿਰ ਬਾਈਕ ਨੂੰ ਚੱਕ ਕੇ ਫਿਰ ਮੈਦਾਨ 'ਚ ਪਾਈ ਬਾਈਕ, ਫਿਰ ਉੱਥੋਂ ਦੀ ਚਲਾ ਕੇ ਫਿਰ ਮੈਂ ਵਾਪਸ ਲੈ ਕੇ ਗਿਆ। ਹੋਰ ਕੀ ਹੋਇਆ ਸੀ, ਜਿੱਦਾਂ ਮੈਂ ਤੁਹਾਨੂੰ ਕਿਹਾ ਕਿ ਉਹ ਹੈਲਮਟ ਹੋਰ ਕੀ ਕਹਿੰਦੇ ਆ, ਮੈਂ ਤੁਹਾਨੂੰ ਸ਼ੂਜ਼ ਦਿਖਾਉਣਾ ਆਇਆ ਮੇਰਾ ਓਰੈਜ਼ੋ, ਆ ਸਟੀਲ ਟੋਜ਼ ਹੈ, ਮਤਲਬ 3.5 ਕਿਲੋ ਦਾ ਸਟੀਲ ਹੈਗਾ ਹੈ। ਠੀਕ ਹੈ, ਮਤਲਬ ਉਹਨਾਂ ਦਾ ਹੋਣਾ ਹੀ ਇਹਦਾ। ਆ ਪਾ ਕੇ ਗਾਰੇ 'ਚ ਉਤਰ ਕੇ ਬਾਈਕ ਨੂੰ ਖਿੱਚ ਕੇ ਮੇਰੀ ਹਾਲਤ ਪੂਰੀ ਟਾਈਟ ਹੋ ਗਈ ਸੀ, ਤਾਂ ਹੀ ਕਰਕੇ ਉਸ ਦਿਨ ਮੈਂ ਪੂਰਾ ਥੱਕ ਗਿਆ ਸੀਗਾ ਔਰ ਮੇਰੇ ਤੋਂ ਬਾਈਕ ਖਿੱਚ ਹੋਈ ਨਹੀਂ। ਸੋ ਆਹੀ ਕੰਕਲੂਜਨ ਹੈ ਕਿ ਤੁਸੀਂ ਇੱਦਾਂ ਦੇ ਆਫ ਰੋਡ ਏਰੀਆ 'ਚ ਜਾਓਗੇ ਤਾਂ ਥੋੜਾ ਲਾਈਟ ਗੇਅਰ ਪਾਓ, ਪਾਣੀ ਚੰਗੀ ਤਰ੍ਹਾਂ ਰੱਖੋ ਔਰ ਆਸ-ਪਾਸ ਆਪਣੇ ਦੋਸਤ ਦੇ ਗਰੁੱਪ ਲੈ ਕੇ ਜਾਓ ਤਾਂ ਕਿ ਕੋਈ ਵੀ ਪ੍ਰੋਬਲਮ ਹੋਣ ਨਾ ਤੁਸੀਂ ਬਾਈਕ ਕੱਢ ਲਓ। ਔਨ ਰੋਡ ਸਿਚੁਏਸ਼ਨ ਨਹੀਂ ਹੈ ਕਿ ਤੁਸੀਂ ਹਾਈਵੇ ਦੇ ਸਾਈਡ 'ਚ ਤੁਹਾਨੂੰ ਢਾਬਾ ਮਿਲ ਜਾਊਗਾ ਰੋਟੀ ਖਾਣ ਵਾਸਤੇ ਜਾਂ ਕੋਈ ਰਿਪੇਅਰ ਸ਼ਾਪ ਮਿਲ ਜਾਊਗੀ। ਟੋਟਲੀ ਇੱਕ ਜੰਗਲ, ਇੱਕ ਵੈਜੀਟੇਸ਼ਨ ਵਾਲਾ ਆਰਗੈਨਿਕ ਏਰੀਆ ਜਿੱਥੇ ਤੁਹਾਨੂੰ ਕੋਈ ਹੈਲਪ ਨਹੀਂ ਮਿਲਦੀ। ਬਹੁਤ ਬੜਾ ਮੈਂਟਲ ਚੈਲੰਜ ਹੈ। ਮੈਨੂੰ ਮਜ਼ਾ ਵੀ ਆਇਆ, ਮੈਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ, ਬਟ ਨੈਕਸਟ ਟਾਈਮ ਮੈਂ ਜੇ ਇੱਦਾਂ ਦੀ ਕੋਈ ਆਫ ਰੋਡ ਲੋਕੇਸ਼ਨ ਜਾ ਰਿਹਾ ਤਾਂ ਮੈਂ ਆਫ ਕੋਰਸ ਫਰੈਂਡਸ ਆਪਣੇ ਨਾਲ ਲੈ ਕੇ ਜਾਊਂਗਾ। ਚੰਗਾ ਬਈ, ਸਤਿ ਸ਼੍ਰੀ ਅਕਾਲ।